ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਇੱਕ ਪਰਿਵਾਰ ਚੈਨਲ ਪੰਜਾਬੀ ਤੱਕ ਪਹੁੰਚਿਆ। ਉਹਨਾਂ ਪਰਿਵਾਰ ਦਾ ਜਿਹੜਾ ਇੱਕ ਮੈਂਬਰ ਯਾਨੀ ਕਿ 61 ਸਾਲਾਂ ਕੁਲਵੰਤ ਸਹੋਤਾ ਕੱਲ੍ਹ ਤੋਂ ਗਾਇਬ ਨੇ। ਪੂਰੀ ਜਾਣਕਾਰੀ ਉਹਨਾਂ ਦੀ ਵਿਸਥਾਰ ਦੇ ਨਾਲ ਇਸ ਰਿਪੋਰਟ ਦੇ ਵਿੱਚ ਦਿੱਤੀ ਜਾਏਗੀ। ਮਿਸਿੰਗ ਰਿਪੋਰਟ ਉਹਨਾਂ ਦੀ ਦਰਜ ਕਰਵਾਈ ਗਈ ਹੈ। ਸੋ ਜੇ ਤੁਹਾਨੂੰ ਕਿਸੇ ਨੂੰ ਉਸ ਪਰਿਵਾਰਕ ਮੈਂਬਰ ਬਾਰੇ ਪਤਾ ਲੱਗਦਾ ਹੈ, ਕੁਲਵੰਤ ਸਹੋਤਾ ਬਾਰੇ ਕੋਈ ਜਾਣਕਾਰੀ ਹੈ, ਤਾਂ ਤੁਸੀਂ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਇਸ ਪਰਿਵਾਰ ਦਾ ਨੰਬਰ ਵੀ ਬਕਾਇਦਾ ਦਿੱਤਾ ਗਿਆ। ਉਹਨਾਂ ਪਰਿਵਾਰ ਦੇ ਨਾਲ ਉਹਨਾਂ ਦੀ ਜਾਣਕਾਰੀ ਸਾਂਝੀ ਕਰਕੇ ਉਹਨਾਂ ਦੀ ਮਦਦ ਜਿਹੜੀ ਹੈ ਉਸ ਪਰਿਵਾਰ ਦੀ ਕਰ ਸਕਦੇ ਹੋ। ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਸ਼ੁਰੂਆਤ ਹੈਡਲਾਈਨਸ ਦੇ ਨਾਲ। सूबे के वित्त मंत्री सेलेना रॉबिन्सन प्रीमियर जॉन हॉर्गन ਨੂੰ ਰਿਪਲੇਸ ਕਰਨ ਦੀ ਦੌੜ 'ਚੋਂ ਬਾਹਰ। ਅਟਾਰਨੀ ਜਨਰਲ ਡੇਵਿਡ ਐਬੀ ਪ੍ਰੀਮੀਅਰ ਦੌੜ ਦੇ ਵਿੱਚ ਸ਼ਾਮਿਲ। BC ਫੈਰੀਜ਼ ਵਰਕਰਾਂ ਦੀ ਗੈਰ ਹਾਜ਼ਰੀ ਪ੍ਰੀ ਕੋਵਿਡ ਤੋਂ ਵੀ ਹੋਈ ਦੁੱਗਣੀ। ਕਿਸੇ ਵੀ ਸਮੇਂ ਫੈਰੀਜ਼ ਦੇ 500 ਕਰਮਚਾਰੀ ਹੋ ਸਕਦੇ ਨੇ ਅਣਉਪਲਬਧ। न्यू वेस्टमिंस्टर तो 61 साला कुलवंत सहोता कल तो गायब। परिवार ने लिखवाई मिसिंग रिपोर्ट। कुलवंत सिंह की मैडिकल कंडीशन नहीं ठीक। जिते खबरां विस्तार दे नाल। ਹਫ਼ਤਿਆਂ ਦੀਆਂ ਕਿਆਸ ਰਾਈਆਂ ਤੋਂ ਬਾਅਦ BC ਅਟਾਰਨੀ ਜਨਰਲ ਡੇਵਿਡ ਐਬੀ ਅੱਜ ਸ਼ਾਮ ਨੂੰ ਜਿਹੜੀ ਰਸਮੀ ਤੌਰ ਦੇ ਉੱਤੇ ਇਹ ਐਲਾਨ ਕਰਨ ਦੀ ਤਿਆਰੀ ਦੇ ਵਿੱਚ ਨੇ ਕਿ ਉਹ BC NDP ਦੇ ਅਗਲੇ ਨੇਤਾ ਬਣਨ ਦੀ ਦੌੜ ਦੇ ਵਿੱਚ ਸ਼ਾਮਿਲ ਨੇ। ਐਬੀ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਜੇ ਲੀਡਰਸ਼ਿਪ ਦੀ ਦੌੜ ਜਿੱਤਦੇ ਨੇ ਤਾਂ ਉਹ ਅਗਲੇ ਪ੍ਰੀਮੀਅਰ ਹੋ ਸਕਦੇ ਨੇ। ਹਾਲਾਂਕਿ ਹੋਰ ਨਾਵਾਂ ਦੇ ਉੱਤੇ ਵੀ ਮੁਹਰ ਲਗਾਈ ਜਾ ਰਹੀ ਹੈ। ਨੌਕਰੀਆਂ ਬਾਰੇ ਮੰਤਰੀ ਯਾਨੀ ਰਵੀ ਕਾਹਲੋ ਤੇ ਮਿਨਿਸਟਰ ਆਫ ਸਟੇਟ ਫॉर ਇੰਫਰਾਸਟ੍ਰਕਚਰ ਬੋਵਿਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਹੈ ਕਿ ਉਹ ਨਾ ਸਿਰਫ ਲੀਡਰਸ਼ਿਪ ਦੌੜ ਦੇ ਲਈ ਦੌੜ ਰਹੇ ਨੇ ਬਲਕਿ ਈਬੀ ਨੂੰ ਇਸ ਰੇਸ ਦੇ ਵਿੱਚ ਦੌੜਨ ਦੇ ਲਈ ਉਤਸ਼ਾਹਿਤ ਵੀ ਕਰ ਰਹੇ ਨੇ। ਮੰਤਰੀ ਸੈਲੇਨਾ ਰੋਬਿਨਸਨ, ਜੋਸੀ ਆਸਬੋਰਨ, ਨੈਥਨ ਕੋਲਿਨ, ਜਾਰਜ ਹੈਮਨ ਤੇ ਮੈਨੂਨੀ ਮਾਰਕ ਤੇ ਕੈਟਰੀਨਾ ਚੇਨ ਤੇ ਐਡਰੀਅਨ ਡਿਕਸ ਵੀ ਫਿਲਹਾਲ ਜਨਤਕ ਤੌਰ ਦੇ ਉੱਤੇ ਲੀਡਰਸ਼ਿਪ ਦੇ ਅਹੁਦੇ ਦੀ ਬਿਡ ਤੋਂ ਇਨਕਾਰ ਕਰ ਚੁੱਕੇ ਨੇ। ਸੂਬੇ ਦੀ ਵਿੱਤ ਮੰਤਰੀ ਸੈਲੇਨਾ ਰੋਬਿਨਸਨ ਨੇ ਦੱਸਿਆ ਹੈ ਕਿ ਉਹ ਪ੍ਰੀਮੀਅਰ ਜੌਨ ਹੌਰਗਨ ਨੂੰ ਰਿਪਲੇਸ ਕਰਨ ਦੀ ਦੌੜ ਤੋਂ ਬਾਹਰ ਹੋ ਰਹੇ ਨੇ। ਉਹਨਾਂ ਕਿਹਾ ਕਿ ਉਹ ਅਗਲੇ 5 ਤੋਂ 8 ਸਾਲ ਦੇ ਆਪਣੇ ਕਰੀਅਰ ਦੇ ਬਾਰੇ ਵਿਚਾਰ ਕਰ ਚੁੱਕੇ ਨੇ ਤੇ ਉਹਨਾਂ ਫੈਸਲਾ ਕਰ ਲਿਆ ਕਿ ਫਿਲਹਾਲ ਇਸ ਮੌਕੇ ਨੂੰ ਪਾਸ ਕਰ ਦਿੱਤਾ ਜਾਵੇ। ਔਰ ਰੋਬਿਨਸਨ ਨੇ ਇਸ ਸੰਬੰਧੀ ਇੱਕ ਟਵੀਟ ਵੀ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਇਸ ਫੈਸਲੇ ਸੰਬੰਧੀ ਗੰਭੀਰਤਾ ਨਾਲ ਸੋਚਿਆ ਅਤੇ ਨਾਲ ਹੀ ਜਿਹੜੇ ਲੋਕਾਂ ਨੇ ਉਹਨਾਂ ਨੂੰ ਵਿੱਤੀ ਮਦਦ ਦੀ ਪੇਸ਼ਕਸ਼ ਕੀਤੀ ਤੇ ਸੌਦੇ ਲਈ ਕੈਂਪੇਨ ਦੇ ਵਿੱਚ ਸਹਿਯੋਗ ਦੇ ਲਈ ਪੇਸ਼ਕਸ਼ ਵੀ ਕੀਤੀ ਹੈ, ਉਹ ਉਹਨਾਂ ਦੇ ਕਾਫੀ ਧੰਨਵਾਦੀ ਵੀ ਨੇ। NDP ਵੱਲੋਂ ਇਸ ਵੀਕਐਂਡ ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹੌਰਗਨ ਨੂੰ ਰਿਪਲੇਸ ਕਰਨ ਦੀ VOTING 13 ਨਵੰਬਰ ਤੋਂ ਸ਼ੁਰੂ ਹੋਵੇਗੀ ਤੇ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ, ਜਿਸ ਦੇ ਲਈ ਹੁਣ ਇਸ ਰੇਸ ਦੇ ਲਈ ਬਹੁਤ ਸਾਰੇ ਨਾਮ ਸਾਹਮਣੇ ਆ ਰਹੇ ਨੇ। ਹੁਣ ਦੇਖਣਾ ਹੋਏਗਾ ਕਿ ਆਖਿਰਕਾਰ BC ਦਾ ਅਗਲਾ ਪ੍ਰੀਮੀਅਰ ਕੌਣ ਹੋਏਗਾ। BC ਫੈਰੀ ਵਰਕਰਾਂ ਦੀ ਗੈਰ ਹਾਜ਼ਰੀ ਪ੍ਰੀ ਕੋਵਿਡ ਤੋਂ ਵੀ ਦੁੱਗਣੀ ਹੋ ਚੁੱਕੀ ਹੈ, ਜਿਸ ਤੇ BC ਫੈਰੀਜ਼ ਦੇ ਨਾਲ ਡਿਬੋਰਾ ਮਾਰਸ਼ਲ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਇਹ ਸਥਿਤੀ ਬਣ ਸਕਦੀ ਹੈ ਕਿ 500 ਕਰਮਚਾਰੀ ਅਣਉਪਲਬਧ ਹੋ ਸਕਦੇ ਨੇ ਯਾਨੀ ਕਿ ਗੈਰ ਹਾਜ਼ਰ ਹੋ ਸਕਦੇ ਨੇ। ਮਾਰਸ਼ਲ ਦੇ ਮੁਤਾਬਕ ਜਨਵਰੀ ਤੋਂ ਲੈ ਕੇ ਹੁਣ ਤੱਕ BC ਫੈਰੀਜ਼ ਦੁਆਰਾ ਲਗਭਗ 1000 ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਪਹਿਲਾਂ ਇਹ ਦੇਰੀ ਸਿਰਫ 5 ਜਾਂ 6% ਹੀ ਹੁੰਦੀ ਸੀ, ਪਰ ਹਾਲ ਹੀ ਦੇ ਵਿੱਚ ਇਹ 11% ਤੱਕ ਪਹੁੰਚ ਚੁੱਕੀ ਹੈ, ਜੋ ਕਿ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਸੇ ਕਰਕੇ ਲੋਕ ਵੀ ਕਾਫੀ ਪਰੇਸ਼ਾਨ ਨੇ ਕਿਉਂਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀ ਯਾਤਰਾ ਉਲੀਕੀ ਹੋਈ ਸੀ ਉਹਨਾਂ ਨੂੰ BC ਫੈਰੀਜ਼ ਦੇ ਵਿੱਚ ਵਿਘਨ ਪੈਣ ਕਰਕੇ, ਰੁਕਾਵਟ ਪੈਣ ਕਰਕੇ ਆਪਣੀ ਯਾਤਰਾ ਤਬਦੀਲ ਕਰਨੀ ਪਈ। BC ਫੈਰੀਜ਼ ਦਾ ਕਹਿਣਾ ਹੈ ਕਿ ਹਾਲ ਹੀ ਦੇ ਵਿੱਚ ਸਮੁੰਦਰੀ ਸਫ਼ਰ ਨੂੰ ਰੱਦ ਕਰਨਾ ਤੇ ਸੇਵਾ ਵਿੱਚ ਦੇਰ ਮੁੱਖ ਤੌਰ ਤੇ ਵਧੇਰੇ ਕਰਮਚਾਰੀਆਂ ਦੇ ਬਿਮਾਰ ਹੋਣ ਕਾਰਨ ਹੋਈ ਹੈ। BC ਫੈਰੀਜ਼ ਦੇ ਨਾਲ ਡਿਬੋਰਾ ਮਾਰਸ਼ਲ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਕਰਮਚਾਰੀਆਂ ਦੀ ਗੈਰ ਹਾਜ਼ਰੀ ਦੁੱਗਣੀ ਤੋਂ ਵੀ ਵੱਧ ਹੋ ਗਈ। ਇਹ ਆਮ ਤੌਰ ਤੇ 5 ਜਾਂ 6% ਦੇ ਆਸੇ-ਪਾਸੇ ਘੁੰਮ ਰਹੀ ਹੈ, ਪਰ ਹਾਲ ਹੀ ਦੇ ਵਿੱਚ ਇਹ 11% ਤੱਕ ਪਹੁੰਚ ਗਈ ਹੈ। BC ਫੈਰੀਜ਼ ਦਾ ਕਹਿਣਾ ਹੈ ਕਿ ਸਮੁੰਦਰੀ ਸਫ਼ਰ ਨੂੰ ਰੱਦ ਕਰਨਾ ਤੇ ਸੇਵਾ ਵਿੱਚ ਦੇਰੀ ਮੁੱਖ ਤੌਰ ਤੇ ਵਧੇਰੇ ਕਰਮਚਾਰੀਆਂ ਦੇ ਬਿਮਾਰ ਹੋਣ ਕਾਰਨ ਹੋਈ ਹੈ। BC ਫੈਰੀਜ਼ ਦੇ ਨਾਲ ਡਿਬੋਰਾ ਮਾਰਸ਼ਲ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਕਰਮਚਾਰੀਆਂ ਦੀ ਗੈਰ ਹਾਜ਼ਰੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ। ਇਹ ਆਮ ਤੌਰ ਤੇ 5 ਜਾਂ 6% ਦੇ ਆਸੇ-ਪਾਸੇ ਘੁੰਮਦਾ ਹੈ, ਪਰ ਹਾਲ ਹੀ ਦੇ ਵਿੱਚ ਇਹ 11% ਤੱਕ ਪਹੁੰਚ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਹੈ ਕਿ ਕਿਸੇ ਵੀ ਸਮੇਂ 500 ਕਰਮਚਾਰੀ ਅਣਉਪਲਬਧ ਹੋ ਸਕਦੇ ਨੇ। ਮਾਰਸ਼ਲ ਦੇ ਮੁਤਾਬਕ ਜਨਵਰੀ ਤੋਂ ਲੈ ਕੇ ਹੁਣ ਤੱਕ BC ਫੈਰੀਜ਼ ਦੁਆਰਾ ਲਗਭਗ 1000 ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਹੈ ਕਿ ਕੰਪਨੀ ਨੇ 150 ਵਿੱਚੋਂ 2/3 ਲੋਕਾਂ ਨੂੰ ਵੀ ਵਾਪਸ ਬੁਲਾ ਲਿਆ ਹੈ, ਜਿਨ੍ਹਾਂ ਨੂੰ ਪਹਿਲਾਂ COVID-19 ਟੀਕੇ ਦੇ ਆਦੇਸ਼ਾਂ ਕਾਰਨ ਬਿਨਾਂ ਤਨਖਾਹ ਦੇ ਛੁੱਟੀ ਤੇ ਰੱਖਿਆ ਗਿਆ ਸੀ। ਪਿਛਲੇ ਮਹੀਨੇ BC ਫੈਰੀਜ਼ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕਿਹਾ ਹੈ ਕਿ ਇਹ
ਆਸ਼ਾਵਾਦੀ ਨਹੀਂ ਹੈ ਕਿ ਇੱਕ ਕਦਮ ਦੇ ਨਾਲ ਕੰਪਨੀ ਦੇ ਮੁੱਦਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਵੇਗਾ। BC ਫੈਰੀਜ਼ ਐਂਡ ਮੈਰੀਨ ਵਰਕਰਜ਼ ਯੂਨੀਅਨ ਦੇ ਪ੍ਰਧਾਨ ਐਰਿਕ ਨੇ ਕਿਹਾ ਹੈ ਕਿ ਭਰਤੀ ਪਿਛਲੇ 3 ਸਾਲਾਂ ਤੋਂ ਰਿਟਾਇਰਮੈਂਟ ਦੇ ਨਾਲ ਨਹੀਂ ਚੱਲ ਰਹੀ ਹੈ। ਮੈਕਨੇਲੇ ਨੇ ਕਿਹਾ ਹੈ ਕਿ ਬਹੁਤ ਸਾਰੇ ਪ੍ਰਤੀਯੋਗੀ ਮਾਲਕਾਂ ਨੂੰ ਜੋੜ ਕੇ ਉੱਚ ਤਨਖਾਹਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਕੁਝ ਮਾਮਲਿਆਂ ਵਿੱਚ 12 ਜਾਂ 15 ਸਾਲ ਦੇ ਕਰਮਚਾਰੀ ਇਹ ਫੈਸਲਾ ਕਰ ਰਹੇ ਨੇ ਕਿ ਹੁਣ ਕਿਤੇ ਹੋਰ ਜਾਣ ਦਾ ਸਹੀ ਸਮਾਂ ਹੈ। ਪਿਛਲੇ ਮਹੀਨੇ ਕੁਈਨ ਆਫ ਕੋਕੇਟਲਮ ਤੇ 1 ਦਰਜਨ ਤੋਂ ਵੀ ਵੱਧ ਸਮੁੰਦਰੀ ਸਫ਼ਰ 8 ਦਿਨਾਂ ਦੇ ਵਿੱਚ ਰੱਦ ਕਰ ਦਿੱਤੇ ਗਏ ਸਨ। ਇਹ ਕਿਸ਼ਤੀ ਰੱਦ ਕਰਨ ਤੇ ਸੇਵਾ ਵਿੱਚ ਦੇਰੀ ਦੇ ਇੱਕ ਵੱਡੇ ਮੁੱਦੇ ਦਾ ਹਿੱਸਾ ਸੀ। ਰੁਝੇਵਿਆਂ ਭਰੀ ਗਰਮੀਆਂ ਦੀ ਯਾਤਰਾ ਦੇ ਮੌਸਮ ਦੇ ਚੱਲਦਿਆਂ ਯਾਤਰੀਆਂ ਵਿੱਚ ਨਿਰਾਸ਼ਾ ਬਹੁਤ ਜ਼ਿਆਦਾ ਹੈ। ਮਈ ਦੇ ਅੰਤ ਵਿੱਚ BC ਫੈਰੀਜ਼ ਕਰਮਚਾਰੀਆਂ ਨੂੰ ਟੀਮ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਲਈ ਕੁਝ ਭੂਮਿਕਾਵਾਂ ਲਈ $10,000 ਦੇ ਇੱਕ ਮਹੱਤਵਪੂਰਨ ਸਾਈਨਿੰਗ ਬੋਨਸ ਦੀ ਪੇਸ਼ਕਸ਼ ਵੀ ਕਰ ਰਹੀ ਸੀ। ਕੰਪਨੀ ਨੇ ਪਹਿਲਾਂ ਕਿਹਾ ਕਿ ਇਹ ਨਾ ਸਿਰਫ ਸਥਾਨਕ ਤੌਰ ਤੇ ਮੁਕਾਬਲਾ ਕਰ ਰਹੀ ਹੈ ਬਲਕਿ ਦੁਨੀਆ ਨੂੰ ਸਮੁੰਦਰੀ ਜਹਾਜ਼ਾਂ ਦੀ ਘਾਟ ਦੇ ਨਾਲ ਜੋੜਿਆ ਜਾ ਰਿਹਾ ਹੈ। ਕਈ ਹੋਰ ਕੰਪਨੀਆਂ ਨੂੰ ਵੀ ਉਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕਿੱਥੇ ਗਏ ਕੈਲ ਸਹੋਤਾ ਯਾਨੀ ਕੁਲਵੰਤ ਸਹੋਤਾ? ਇਹ ਸਵਾਲ ਕਰ ਰਿਹਾ ਹੈ ਗੁਆਚੇ ਹੋਏ ਸ਼ਖਸ ਕੁਲਵੰਤ ਸਿੰਘ ਦਾ ਪਰਿਵਾਰ। ਉਹਨਾਂ ਦੇ ਪਰਿਵਾਰਕ ਮੈਂਬਰ 61 ਸਾਲਾ ਕੁਲਵੰਤ ਸਹੋਤਾ ਦੀ ਭਾਲ ਕਰ ਰਹੇ ਨੇ। ਕੱਲ ਤੋਂ ਉਹ ਘਰ ਵਾਪਸ ਨਹੀਂ ਪਰਤੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਲਗਾਤਾਰ ਉਹਨਾਂ ਦੀ ਭਾਲ ਪਰਿਵਾਰ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਹੋਰ ਰਿਸ਼ਤੇਦਾਰ ਵੀ ਇਸ ਭਾਲ ਦੇ ਵਿੱਚ ਜੁਟੇ ਹੋਏ ਨੇ। ਮੈਡੀਕਲ ਕੰਡੀਸ਼ਨ ਉਹਨਾਂ ਦੀ ਠੀਕ ਨਹੀਂ ਦੱਸੀ ਜਾ ਰਹੀ ਤੇ ਨਿਊ ਵੈਸਟਮਿੰਸਟਰ ਦੇ ਵਿੱਚ ਰਹਿ ਰਿਹਾ ਇਹ ਸਹੋਤਾ ਪਰਿਵਾਰ ਇੰਤਜ਼ਾਰ ਕਰ ਰਿਹਾ ਹੈ ਘਰ ਦੇ ਮੈਂਬਰ ਦਾ। ਜੇ ਤੁਹਾਨੂੰ ਕਿਸੇ ਨੂੰ ਵੀ ਇਹਨਾਂ ਸੰਬੰਧੀ ਕੋਈ ਵੀ ਜਾਣਕਾਰੀ ਮਿਲ ਰਹੀ ਹੈ ਤਾਂ ਸਾਂਝੀ ਜ਼ਰੂਰ ਕਰੋ। ਸਾਡੇ ਚੈਨਲ ਪੰਜਾਬੀ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਤੇ ਜਾਂ ਫਿਰ ਇਸ ਰਿਪੋਰਟ ਦੇ ਵਿੱਚ ਬਕਾਇਦਾ ਜਿਹੜੇ ਕੁਲਵੰਤ ਸਿੰਘ ਨੇ ਮਿਸਿੰਗ ਨੇ ਉਹਨਾਂ ਦੇ ਪਰਿਵਾਰ ਦਾ ਨੰਬਰ ਵੀ ਦਿੱਤਾ ਗਿਆ ਹੈ। 911 ਤੇ ਵੀ ਤੁਸੀਂ ਕਾਲ ਕਰਕੇ ਇਸ ਪਰਿਵਾਰ ਇਹਨਾਂ ਦੇ ਗੁਆਚੇ ਪਰਿਵਾਰਕ ਮੈਂਬਰ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਦੇ ਸਕਦੇ ਹੋ। ਜੋ ਇਸ ਵੇਲੇ ਸਾਡੇ ਨਾਲ ਸਹੋਤਾ ਪਰਿਵਾਰ ਪੂਰਾ ਜੁੜਿਆ ਹੋਇਆ ਹੈ, ਜਿਨ੍ਹਾਂ ਦੇ ਘਰ ਦੇ ਸ਼ਖਸ ਕੱਲ੍ਹ ਤੋਂ ਮਿਸਿੰਗ ਨੇ, ਗਾਇਬ ਨੇ ਘਰ ਤੋਂ। ਵੈਸਟਮਿੰਸਟਰ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈ ਤੇ ਕੁਲਵੰਤ ਸਹੋਤਾ ਜਿਹੜੇ ਨੇ 61 ਸਾਲ ਦੇ ਨੇ ਤੇ ਉਹ ਕੱਲ੍ਹ ਤੋਂ ਮਿਲ ਨਹੀਂ ਰਹੇ। ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਲੱਭਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ। ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਕੁਲਵੰਤ ਜੀ ਦੀ ਵਾਈਫ ਹੋ, ਕੁਲਵੰਤ ਸਹੋਤਾ ਜੀ ਦੀ। ਕਦੋਂ ਤੋਂ ਇਹ ਮਿਸਿੰਗ ਨੇ, ਕੀ ਕੁਛ ਹੋਇਆ ਇਸ ਦੌਰਾਨ ਔਰ ਕੀ ਹੁਣ ਤੱਕ ਕੋਈ ਜਾਣਕਾਰੀ ਪਤਾ ਚੱਲੀ ਇਹਨਾਂ ਬਾਰੇ? ਇਹ ਕੱਲ੍ਹ ਤੇ ਜਿੱਦਾਂ 2:05 ਤੋਂ ਬਾਅਦ ਉਦੋਂ ਦੇ ਕਿਸੇ ਪਾਸੇ ਤੁਰ ਗਿਆ ਤਾਂ ਮੁੜ ਕੇ ਲੱਭੇ ਨਹੀਂ ਗਏ। ਤਾਂ ਪੁਲਿਸ ਰਿਪੋਰਟ ਅਸੀਂ ਕਰ ਦਿੱਤੀ ਸੀ ਜਦੋਂ ਮੈਂ ਘਰੇ ਨਹੀਂ ਸੀਗੀ, ਪਰ ਉਹ ਆਪਦੇ ਫਰੈਂਡ ਗਏ ਸੀ। ਫਰੈਂਡ ਮੁੜ ਕੇ ਲੈ ਕੇ ਆਏ ਸਾਡੇ ਘਰ। ਉਹ ਅੰਦਰ ਨਹੀਂ ਆਏ, ਫਿਰ ਉੱਥੋਂ ਹੀ ਤੁਰ ਪਏ। ਤਾਂ ਫੋਨ ਹੈ ਨਹੀਂ ਗਾ ਕੋਲ, ਐਪਲ ਵਾਚ ਹੈਗੀ ਆ ਉੱਥੇ, ਜਿੱਦਾਂ ਪਤਾ ਲੱਗਦਾ ਸੀ ਵੀ ਕਿਹੜੇ ਏਰੀਆ 'ਚ। ਸੋ ਸਾਰੇ ਜਿਹੜੇ ਸਾਨੂੰ ਜਾਣਦੇ ਆ ਉਹ ਟਰਾਈ ਕਰਦੇ ਵੀ ਦੋ ਜਣੇ ਜਾ ਕੇ ਸਾਰੀ ਰੋਡ, ਸਾਰੀਆਂ ਪਾਰਕਾਂ ਦੇ ਵਿੱਚ ਅਸੀਂ ਦੇਖੀ ਜਾਂਦੇ, ਪਰ ਸਾਨੂੰ ਇੱਦਾਂ ਨਹੀਂ ਪਤਾ ਵੀ ਉਹ ਜਿੱਦਾਂ ਬ੍ਰਿਜ ਤੁਰ ਕੇ ਸਰੀ ਵਿੱਚ ਵੀ ਹੋ ਸਕਦੇ ਆ। ਪਰ ਬਾਹਲਾ ਤਾਂ ਅਸੀਂ ਨਿਊ ਵੈਸਟ ਵਿੱਚ ਦੇਖਦੇ। ਉਹਨਾਂ ਦੀ ਸਿਹਤ ਇੰਨੀ ਠੀਕ ਨਹੀਂ ਸੀਗੀ। ਉਹ ਜਿੱਦਾਂ ਮੈਡੀਕਲ ਇਸ਼ੂ ਸੀਗਾ ਜਿੱਦਾਂ ਥੋੜ੍ਹਾ। ਹਾਂਜੀ। ਤੁਹਾਨੂੰ ਜਦੋਂ ਪਤਾ ਲੱਗਿਆ ਕੱਲ੍ਹ ਦੁਪਹਿਰ 2:30 ਵਜੇ ਤੁਹਾਨੂੰ ਪਤਾ ਲੱਗਿਆ ਵੀ ਉਹ ਘਰ ਨਹੀਂ ਆਏ, ਰਾਤ ਤੱਕ ਤੁਸੀਂ ਕਿਹਨਾਂ ਦੇ ਨਾਲ ਆਪਣੇ ਫਰੈਂਡ ਸਰਕਲ ਤੋਂ ਇਲਾਵਾ, ਇਹਨਾਂ ਦੇ ਫਰੈਂਡ ਸਰਕਲ ਤੋਂ ਇਲਾਵਾ ਕਿਹਨਾਂ ਨਾਲ ਗੱਲਬਾਤ ਕੀਤੀ? ਉਹਨਾਂ ਨੇ ਕੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ? ਸਾਰਿਆਂ ਨੇ ਜਿੱਦਾਂ ਨਿਆਣਿਆਂ ਦੇ ਫਰੈਂਡਸ ਵੀ ਹੈਗੇ। ਅਸੀਂ ਨਿਊ ਵੈਸਟ ਰਹਿੰਦਿਆਂ ਨੂੰ ਜਿੱਦਾਂ 86 ਤੇ ਆ। ਸੋ ਆਈ ਥਿੰਕ 500 ਖਰੇ ਜਿੱਦਾਂ ਗਾਹਾਂ ਦੀ ਗਾਹਾਂ ਸਾਰਿਆਂ ਨੂੰ ਪਤਾ। ਸੋ ਫੈਮਲੀ ਦੇ ਦੋ ਗਰੁੱਪ ਬਣ ਕੇ ਸਾਰੇ ਫਰੈਂਡਸ ਨਿਊ ਵੈਸਟ ਦੇ ਵਿੱਚ ਸਾਡੇ ਜਿੱਦਾਂ ਸਾਡੇ ਕਈ ਫਰੈਂਡ ਜਿੱਦਾਂ ਰਾਤ ਨੂੰ 2:30 ਵਜੇ ਤੱਕ ਵੀ ਰੋਡਾਂ 'ਤੇ ਫਿਰਦੇ ਸੀਗੇ ਦੇਖਦੇ। ਤਾਂ ਇਹ ਨਿਆਣਿਆਂ ਦੇ ਨਾਲ ਅਸੀਂ ਵੀ 3 ਜਣੇ ਰਾਤ ਨੂੰ ਕਾਰ ਲੈ ਕੇ ਫਿਰਦੇ ਰਹੇ, ਪਰ ਕੁਛ ਦਿਸਿਆ ਨਹੀਂ। ਸੋ ਅੱਜ ਸਵੇਰੇ ਵੀ ਅਸੀਂ ਕਿਹਾ ਵੀ ਜੇ ਨਹੀਂ ਠੀਕ ਹੈਗਾ, ਜਿੱਦਾਂ ਅਰਜੈਂਟ ਆ ਵੀ ਮੈਡੀਕਲ ਇਸ਼ੂ ਕਰਕੇ ਹੁਣ ਹੋ ਸਕਦਾ ਤੁਰਦੇ ਨਹੀਂ ਕਿਤੇ ਪਏ ਹੋਣਗੇ। ਸੋ ਹੁਣ ਸਾਰੇ ਜਣੇ ਜਿੱਦਾਂ ਬੁਸ਼ਸ ਦੇ ਵਿੱਚ ਜਾਂ ਪਾਰਕਸ ਦੇ ਵਿੱਚ ਹੁਣ ਹੋਰ ਥਾਂ ਥੋੜ੍ਹੇ ਕੁ ਦੇਖਦੇ ਹਾਂ। ਹਾਂਜੀ। ਅੱਜ ਪੂਰਾ ਦਿਨ, ਕੱਲ੍ਹ ਦੁਪਹਿਰ ਤੋਂ ਗਾਇਬ ਨੇ, ਅੱਜ ਦੇ ਪੂਰੇ ਦਿਨ ਤੱਕ ਕੋਈ ਜਾਣਕਾਰੀ ਨਹੀਂ ਨਹੀਂ ਹੈ। ਨੋ, ਕਿਸੇ ਨੂੰ ਨਹੀਂ ਲੱਭਿਆ ਕੁਛ ਵੀ ਹਾਲੇ। ਕੋਈ ਵੀ ਜਿੱਦਾਂ ਨਾਟ ਲੀਸਟ ਬਿਟ ਆਫ ਵੀ ਹੁੰਦਾ ਕਿ ਨਹੀਂ, ਕੋਈ ਕਲੂ ਹੁੰਦੀ ਆ, ਉਹ ਹੈ ਨਹੀਂ ਗੀ। ਤੁਸੀਂ ਕੈਲ ਸਹੋਤਾ ਜੀ ਦੀ ਸਿਸਟਰ ਹੋ। ਤੁਹਾਨੂੰ ਜਦੋਂ ਪਤਾ ਲੱਗਿਆ ਕਿੰਨਾ ਤੱਕ ਰਾਬਤਾ ਕੀਤਾ ਹੁਣ ਤੱਕ? ਕੋਈ ਜਾਣਕਾਰੀ ਜਾਂ ਪੁਲਿਸ ਕੰਪਲੇਂਟ ਤੁਸੀਂ ਕਰਾਈ ਆ? ਪੁਲਿਸ ਦਾ ਇਸ ਸੰਬੰਧੀ ਕੋਈ ਕੁਝ ਕਹਿਣਾ? ਮੈਂ ਸਮਝ ਨਹੀਂ ਆਈ ਜੀ, ਪੁਲਿਸ ਦਾ ਇਸ ਸੰਬੰਧੀ ਕੀ ਕਹਿਣਾ? ਤੁਸੀਂ ਕੰਪਲੇਂਟ ਕਰਵਾਈ?
ਪੁਲਿਸ ਰਿਪੋਰਟ ਹਾਂਜੀ ਰਿਪੋਰਟ ਕੱਲ੍ਹ ਅਸੀਂ ਕਰਾਈ ਹੈ ਅੱਜ ਤੱਕ ਕੁਛ ਪਤਾ ਨਹੀਂ ਲੱਗਾ ਉਹਨਾਂ ਨੇ ਸਾਨੂੰ ਇਹਨਾਂ ਦੱਸਿਆ ਹੈ ਮੇਬੀ CCTV ਉਹਨਾਂ ਨੂੰ ਰਿਵਿਊ ਕਰਕੇ ਦੇਖਣੀ ਆ ਜੇ ਉਹਨਾਂ ਨੂੰ ਕਿਸੇ ਪਾਸੇ if they saw him in any place yeah ਇਹ ਕੈਲ ਸਹੋਤਾ ਜੀ ਦੇ ਬੱਚੇ ਨੇ ਦੋਨੋਂ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਡੇ ਫਾਦਰ ਸਾਹਿਬ ਹਜੇ ਤੱਕ ਘਰ ਆਏ ਨਹੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਅਸੀਂ ਉਹਨੂੰ ਮੁੜ ਕੇ ਦੇਖਣਾ ਮੰਗਦੇ ਆ God Nuaja. God Nuaja. ਸੋ ਆਪਣੇ ਫਾਦਰ ਲਈ ਤੁਸੀਂ ਜੇ ਤੁਹਾਡੇ ਫਾਦਰ ਹੋ ਸਕਦਾ ਕਿਸੇ ਤਰੀਕੇ ਨਾਲ ਇਹ ਇੰਟਰਵਿਊ ਉਹਨਾਂ ਤੱਕ ਪਹੁੰਚ ਜਾਂਦੀ ਹੈ ਤਾਂ ਇਸ ਲਈ ਤੁਸੀਂ ਜ਼ਰੂਰ ਪਲੀਜ਼ ਉਹਨਾਂ ਲਈ ਕੁਝ ਕਹੋ ਤਾਂ ਕਿ ਉਹ ਘਰ ਆ ਸਕਣ Say something if he sees the interview. What would you want him to know? We love you. Like, we want you to come home. We hope you're okay. ਕੁਲਵੰਤ ਜੀ ਅਸੀਂ ਸਮਝ ਸਕਦੇ ਹਾਂ ਜੀ ਇਸ ਵੇਲੇ ਕੁਲਵੰਤ ਜੀ ਦੇ ਪਰਿਵਾਰ ਦਾ ਕੀ ਹਾਲ ਹੈ ਪਰ ਇਹ ਪਰਿਵਾਰ ਆਏ ਨੇ ਉਹਨਾਂ ਦੀ ਵਾਈਫ ਨੇ ਅਸੀਂ ਉਮੀਦ ਕਰਦੇ ਹਾਂ ਇਸ ਪਰਿਵਾਰ ਦੇ ਜਿਹੜੇ ਮੈਂਬਰ ਹੈ ਕੱਲ੍ਹ ਤੋਂ ਜਿਹੜੇ ਮਿਸਿੰਗ ਨੇ ਉਹ ਜਲਦੀ ਘਰ ਆ ਸਕਣ ਸੋ ਕੁਲਵੰਤ ਸਹੋਤਾ ਜੀ ਇਸ ਵੇਲੇ ਕੋਈ ਵੀ ਤੁਸੀਂ ਇਹਨਾਂ ਨੂੰ ਜਾਣਦੇ ਹੋ ਪਹਿਚਾਣਦੇ ਹੋ ਤੁਹਾਡੇ ਤੱਕ ਕੋਈ ਵੀ ਜਾਣਕਾਰੀ ਇਹਨਾਂ ਸੰਬੰਧੀ ਮਿਲਦੀ ਹੈ ਤਾਂ ਪਲੀਜ਼ ਇਸ ਪਰਿਵਾਰ ਤੱਕ ਜ਼ਰੂਰ ਜਾਣਕਾਰੀ ਪਹੁੰਚਾਓ ਇਸ ਵੇਲੇ ਇਸ ਪਰਿਵਾਰ ਦੀ ਹਾਲਤ ਜਿਹੜੀ ਹੈ ਉਹ ਕਾਫੀ ਖ਼ਰਾਬ ਹੈ ਔਰ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੇ ਘਰ ਦਾ ਜੀ ਜਿਹੜਾ ਕੱਲ੍ਹ ਦੁਪਹਿਰ ਤੋਂ ਮਿਸਿੰਗ ਹੈ ਉਹ ਵਾਪਸ ਆ ਜਾਏ ਤੁਸੀਂ ਤੁਹਾਡਾ ਜੋ ਹਾਲਾਤ ਹੈ ਅਸੀਂ ਸਮਝ ਸਕਦੇ ਹਾਂ ਇਸ ਵੇਲੇ ਹੁਣ ਤੱਕ ਜਿਹੜੀ ਹੈ ਕੀ ਉਮੀਦ ਬਰਕਰਾਰ ਹੈ ਤੁਸੀਂ ਦੱਸਿਆ ਮੈਡੀਕਲ ਇਸ਼ੂ ਉਹਨਾਂ ਨੂੰ ਸੀਗੇ ਰਾਈਟ ਅਤੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝਗੜਾ ਕਲੇਸ਼ ਇੱਦਾਂ ਦਾ ਕੁਝ ਤਾਂ ਨਹੀਂ ਹੋਇਆ No, actually, ਕਈ ਲੋਕ ਸਾਨੂੰ ਕਹਿੰਦੇ ਸੀ ਵੀ ਅਸੀਂ ਲੜਦੇ ਨੇ ਇੱਕ ਦੂਜੇ ਨਾਲ I loved him. I want him back. So there was no ਲੜਾਈ no he was perfect. He didn't do anything. Like, yeah. ਤੁਸੀਂ ਦੱਸਿਆ ਸੀ ਕਿ ਸਵੇਰ ਤੋਂ ਹੀ ਕੁਝ ਪਰੇਸ਼ਾਨ ਲੱਗ ਰਹੇ ਸੀ ਅਤੇ ਜਦੋਂ ਉਹਨਾਂ ਦੇ ਫਰੈਂਡ ਦੇ ਘਰ ਉਹ ਗਏ ਤਾਂ ਉਹਨਾਂ ਦੇ ਫਰੈਂਡ ਨੂੰ ਉਹਨਾਂ ਨੇ ਤੁਹਾਡੇ ਘਰ ਦੇ ਬਾਹਰ ਛੱਡ ਦਿੱਤਾ 2:30 ਵਜੇ ਦੇ ਕਰੀਬ ਪਰ ਉਹ ਘਰ ਦੇ ਅੰਦਰ ਨਹੀਂ ਵੜੇ ਤਾਂ ਉੱਥੋਂ ਹੀ ਵਾਪਸ ਮੁੜ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਿਸੇ ਨੇ ਕੁਝ ਦੱਸਿਆ ਹੁਣ ਤੱਕ ਕੋਈ ਫੋਨ ਕਾਲ ਕੋਈ ਅਜਿਹੀ ਆਈ ਵੀ ਇਹਨਾਂ ਦਾ ਕਿਤੇ ਦੇਖੇ ਗਏ ਜਾਂ ਕੁਝ ਵੀ ਇਨਫੋਰਮੇਸ਼ਨ ਹਾਲੇ ਕੋਈ ਜਿੱਦਾਂ ਆਈ ਨਹੀਂ ਗੀ ਹੈਗੀ ਆ ਟਿਪ ਸੋ ਉਹ ਜੇ ਟਿਪ ਆਈ ਵੀ ਅਸੀਂ ਪੁੱਛਦੇ ਹਾਂ ਤਾਂ ਸਾਰਿਆਂ ਨੂੰ ਫਲਾਇਰ ਲਾ ਕੇ ਤਾਂ ਵੀ ਆਹ ਦੇਖਿਆ ਤੁਸੀਂ ਬੰਦਾ ਜਾਂ ਨਹੀਂ ਸੋ ਮੋਸਟ ਆਫ ਦਾ ਵਰਕ ਅਸੀਂ ਕਰਦੇ ਆ ਆਪ ਸੋ ਇਟਸ ਹਾਰਡ ਬਿਕਾਜ਼ ਇਮੋਸ਼ਨਲ ਵੀ ਆ ਪਰ ਸਾਨੂੰ ਪਤਾ ਕਰਨਾ ਵੀ ਪੈਣਾ ਜੇ ਨੇੜਾ ਪੈ ਗਿਆ ਫਿਰ ਚਾਂਸਸ ਆਰ ਰੀਲੀ ਲੋ ਯਾ ਤੁਸੀਂ ਕਿਹੜੇ ਏਰੀਏ ਦੇ ਵਿੱਚ ਹੁਣ ਤੱਕ ਇਹਨਾਂ ਨੂੰ ਭਾਲ ਚੁੱਕੇ ਹੋ ਅਸੀਂ ਐਕਚੁਅਲੀ ਕਈ ਏਰੀਏ ਜਿੱਦਾਂ ਕਿੰਨੇ ਕੁ ਬੰਦੇ ਹੋਣਗੇ ਆਪਣੇ I think 10-15 maybe more different area ਜਿੱਦਾਂ ਪਾਰਕ ਦੇ ਵਿੱਚ ਕੁਈਨਸ ਪਾਰਕ ਹਿਊਮ ਪਾਰਕ ਤੇ ਦੂਜੀ ਗ੍ਰਿਮਸਟਨ ਪਾਰਕ ਤਾਂ ਜ਼ਿਆਦਾ ਜਿੱਥੇ ਵਾਚ ਦਾ ਪਿੰਗ ਸੀਗਾ ਉਹ ਹੈਗਾ ਆ ਜਿੱਦਾਂ ਨਿਊ ਵੈਸਟਮਿੰਸਟਰ ਕੀ ਦੇ ਨੇੜੇ ਉਹ ਏਰੀਆ ਤਾਂ ਫਿਰ ਅਸੀਂ ਸੋਚਿਆ ਸੀ ਵੀ ਫਰੰਟ ਸਟਰੀਟ ਅਸੀਂ ਸੋਚਿਆ ਸੀ ਵੀ ਮੇਬੀ ਜੇ ਤੁਰੇ ਫਿਰਦੇ ਕਿਸੇ ਨੇ ਦੇਖਿਆ ਪਰ ਅੱਜ ਸੋਚਦੇ ਸੀ ਵੀ ਜੇ ਖਾਧਾ ਨਹੀਂ ਤਾਂ ਦਵਾ ਨਹੀਂ ਖਾਧੀ ਹੈਗੀ ਮੇਬੀ ਕਿਤੇ ਡਿੱਗ ਪਏ ਹੋਣਗੇ ਜਾਂ ਪਾਸ ਆਊਟ ਸੋ ਹੁਣ ਥੋੜ੍ਹੀ ਬਦਲੀ ਆ ਵੀ ਦੇਖਣ ਨੂੰ ਮੇਬੀ ਨੀਅਰ ਰਿਵਰਸ ਦਾ ਬੁਸ਼ਸ ਜਾਂ ਰਵੀਨਸ ਜਿੱਥੇ ਨਹੀਂ ਦਿਸਦਾ ਹੈਗਾ ਵੀ ਉੱਥੇ ਸੋਚੋ ਵੀ ਉੱਥੇ ਨਾ ਕਿਤੇ ਡਿੱਗ ਪਏ ਹੋਣਗੇ ਯਾ ਸੋ ਇਹ ਸਹੋਤਾ ਪਰਿਵਾਰ ਇਸ ਵੇਲੇ ਪਹੁੰਚਿਆ ਚੈਨਲ ਤੱਕ ਵੀ ਔਰ ਜਿੱਥੇ ਜਿੱਥੇ ਹੋ ਸਕਦਾ ਹੈ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਇਹਨਾਂ ਦੇ ਘਰ ਦਾ ਜੀ ਜਿਹੜੇ ਕਿ ਮਿਲ ਨਹੀਂ ਰਹੇ ਔਰ ਕੈਲ ਸਹੋਤਾ ਜੀ ਔਰ ਪਲੀਜ਼ ਨਜ਼ਦੀਕ ਤੋਂ ਸੁਣਾਵਾਂਗੇ ਤੁਸੀਂ ਇਹਨਾਂ ਦੀ ਪਿਕਚਰ ਵੀ ਦੇਖ ਲਓ ਕੁਲਵੰਤ ਸਹੋਤਾ ਜੀ ਨੇ 61 ਸਾਲਾਂ ਦੇ ਨੇ ਔਰ ਇਹ ਕੱਲ੍ਹ ਦੁਪਹਿਰ ਤੋਂ
ਮਿਸਿੰਗ ਨੇ। ਇਹਨਾਂ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਔਰ ਇਹ ਕੈਲ ਸਹੋਤਾ ਦੀ ਏਜ 61 ਸਾਲ ਦੀ ਹੈ, ਹਾਈਟ ਇਹਨਾਂ ਦੀ 5 ਫੁੱਟ 7 ਇੰਚ, weight ਹੈ 240। ਸੋ ਇਹਨਾਂ ਬਾਰੇ ਸਾਰੀ ਇਸ ਪੋਸਟਰ ਦੇ ਵਿੱਚ ਜਿਹੜੀ ਜਾਣਕਾਰੀ ਹੈ, ਸੋ ਪਲੀਜ਼ ਕਿਸੇ ਨੂੰ ਵੀ ਜੇ ਇਸ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਕੈਲ ਸਹੋਤਾ ਦੇ ਸੰਬੰਧੀ ਤਾਂ ਉਹਨਾਂ ਦੇ ਪਰਿਵਾਰ ਦੇ ਨਾਲ ਤੁਸੀਂ ਕਾਂਟੈਕਟ ਕਰ ਸਕਦੇ ਹੋ। ਇੱਥੇ ਕਾਂਟੈਕਟ ਨੰਬਰ ਵੀ ਪਰਿਵਾਰ ਦੇ ਵੱਲੋਂ ਜਿਹੜਾ ਦਿੱਤਾ ਗਿਆ ਹੈ 7786286045। ਸੋ ਇਹਦੇ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਦੇ ਸਕਦੇ ਹੋ। 911 ਤੇ ਵੀ ਤੁਸੀਂ ਜੇ ਇਹਨਾਂ ਸੰਬੰਧੀ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਇਹਨਾਂ ਸੰਬੰਧੀ ਕੋਈ ਜਾਣਕਾਰੀ ਦੇ ਸਕਦੇ ਹੋ। ਸੋ ਕੋਸ਼ਿਸ਼ ਕਰੋ ਕਿ ਜੇ ਕਿਸੇ ਨੂੰ ਵੀ ਕੈਲ ਸਹੋਤਾ ਯਾਨੀ ਕੁਲਵੰਤ ਸਹੋਤਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਜਲਦੀ ਤੋਂ ਜਲਦੀ ਤੁਸੀਂ ਚੈਨਲ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ, ਚੈਨਲ ਨੂੰ ਵੀ ਦੱਸ ਸਕਦੇ ਹੋ, ਅਤੇ ਹੋਰ ਜਿਹੜੇ ਨੰਬਰ ਤੁਹਾਨੂੰ ਅਸੀਂ ਦੱਸੇ ਹੈ ਉਹਨਾਂ 'ਤੇ ਸੰਪਰਕ ਕਰਕੇ ਇਹਨਾਂ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਸਾਂਝੀ ਕਰ ਸਕਦੇ ਹੋ ਤਾਂ ਕਿ ਇਸ ਪਰਿਵਾਰ ਦੀ ਜੋ ਹਾਲਤ ਹੈ ਇਸ ਵੇਲੇ ਉਹਨਾਂ ਨੂੰ ਉਹਦੇ ਘਰ ਦਾ ਮੈਂਬਰ ਜਿਹੜਾ ਉਹ ਮਿਲ ਜਾਏ। ਟੋਰਾਂਟੋ ਤੋਂ ਦੱਖਣੀ ਓਨਟਾਰੀਓ ਦੇ ਬਹੁਤੇ ਹਿੱਸਿਆਂ ਦੇ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਾਫੀ ਚਿਪਚਿਪਾਹਟ ਰਹਿ ਸਕਦੀ ਹੈ। ਚੁਭਵੀਂ ਤਪਸ਼ ਕਾਰਨ ਰੀਜਨ ਦੇ ਵਿੱਚ ਅਗਲੇ ਕੁਝ ਦਿਨਾਂ ਲਈ ਗਰਮੀ ਦਾ ਕਾਫੀ ਜ਼ਿਆਦਾ ਬੇਹਾਲ ਗਰਮੀ ਇੱਥੇ ਪੈ ਸਕਦੀ ਹੈ। ਇਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਦਿੱਤੀ ਗਈ ਚੇਤਾਵਨੀ ਵਿੱਚ ਮੰਗਲਵਾਰ ਤੇ ਬੁੱਧਵਾਰ ਨੂੰ ਜਿਹੜਾ ਹੈ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਅਤੇ ਨਮੀ ਦੇ ਕਾਰਨ ਇਹ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਚੇਤਾਵਨੀ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਜਿੱਥੇ ਵੀ ਠੰਡਾ ਜਿਵੇਂ ਕਿ ਸਵਿਮਿੰਗ ਪੂਲ ਜਾਂ ਕਿਸੇ ਦਰਖਤਾਂ ਦੇ ਹੇਠਾਂ ਜਾਂ ਫਿਰ ਪਬਲਿਕ ਬਿਲਡਿੰਗਸ ਦੇ ਵਿੱਚ ਲੱਗੀਆਂ ਏਅਰ ਕੰਡੀਸ਼ਨਸ ਥਾਵਾਂ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਇਸ ਹੀਟ ਵੇਵ ਤੋਂ ਬਚਾਉਣਾ ਚਾਹੀਦਾ ਹੈ। ਪਾਰਕ ਕੀਤੀ ਗਈ ਗੱਡੀ ਦੇ ਵਿੱਚ ਕਦੇ ਵੀ ਕਿਹਾ ਜਾ ਰਿਹਾ ਕਿ ਆਪਣੇ ਬੱਚਿਆਂ ਤੇ ਪਾਲਤੂ ਜਾਨਵਰਾਂ ਨੂੰ ਨਾ ਛੱਡੋ, ਕਿਉਂਕਿ ਪਿੱਛੇ ਜੇ ਬਹੁਤ ਸਾਰੇ ਕੇਸ ਅਜਿਹੇ ਆ ਵੀ ਚੁੱਕੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੁਝ ਦੇਰ ਲਈ ਤਪਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਛੱਡਿਆ, ਉਹ ਬੱਚਿਆਂ ਦੀ ਮੌਤ ਹੋ ਗਈ। ਇਸੇ ਲਈ ਇਹ ਵਾਰਨਿੰਗ ਬਾਰ-ਬਾਰ ਦਿੱਤੀ ਜਾ ਰਹੀ ਹੈ, ਬਾਰ-ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਗੱਡੀ ਦੇ ਵਿੱਚ ਨਾ ਆਪਣੇ ਜਾਨਵਰ ਛੱਡੋ ਤੇ ਨਾ ਹੀ ਬੱਚਿਆਂ ਨੂੰ। ਏਜੰਸੀ ਨੇ ਆਖਿਆ ਹੈ ਕਿ ਗਰਮੀ ਕਾਰਨ ਹੋਣ ਵਾਲੇ ਥਕੇਵੇਂ ਕਰਕੇ ਕੁਝ ਲੋਕਾਂ ਨੂੰ ਬੇਹੋਸ਼ੀ, ਸੋਜ ਜਾਂ ਫਿਰ ਸਾਹ ਦੇ ਫੁੱਲਣਾ ਆਦਿ ਵਰਗੀਆਂ ਘਬਰਾਹਟ ਹੋਣਾ ਜਾਂ ਉਲਟੀਆਂ ਆਉਣਾ ਅਜਿਹੇ ਬਿਮਾਰੀਆਂ ਤੋਂ ਵੀ ਗੁਜ਼ਰਨਾ ਪੈ ਸਕਦਾ ਹੈ। ਸੋ ਜਿੰਨਾ ਹੋ ਸਕਦਾ ਹੈ ਪਾਣੀ ਪੀਂਦੇ ਰਹੋ। ਸੋ ਇਸ ਤਰ੍ਹਾਂ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਵਾਤਾਵਰਣ ਵਿਗਿਆਨੀ ਜਿਹੜੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਬੁੱਧਵਾਰ ਦੁਪਹਿਰ ਨੂੰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ। ਜੇ ਮੌਸਮ ਤੂਫਾਨ ਦਾ ਰੁਖ ਲੈ ਲੈਂਦਾ ਹੈ ਤਾਂ ਗੜੇ ਵੀ ਪੈ ਸਕਦੇ ਨੇ। ਇਹ ਉਹ ਥਾਵਾਂ ਨੇ, ਇਹ ਉਹ ਕੁਝ ਹਿੱਸੇ ਨੇ ਜਿੱਥੇ ਤੇਜ਼ ਹਵਾਵਾਂ ਤੇ ਉਸ ਤੋਂ ਬਾਅਦ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ, ਯਾਨੀ ਕਿਤੇ ਹੀਟ ਵੇਵ ਬਹੁਤ ਜ਼ਿਆਦਾ ਹੋ ਸਕਦੀ ਹੈ ਤੇ ਕਿਤੇ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਸਸਕੈਚੁਅਨ ਦੇ ਵਿੱਚ ਕੁਝ ਹਿੱਸਿਆਂ ਦੇ ਵਿੱਚ ਐਤਵਾਰ ਨੂੰ ਗੜੇ, ਭਾਰੀ ਮੀਂਹ ਤੇ ਤੇਜ਼ ਬਿਜਲੀ ਸਮੇਤ ਬਹੁਤ ਜ਼ਿਆਦਾ ਖਰਾਬ ਮੌਸਮ ਦੀ ਸੰਭਾਵਨਾ ਜਤਾਈ ਗਈ ਹੈ। ਸੋਮਵਾਰ ਰਾਤ ਨੂੰ ਹੋਈ ਭਾਰੀ ਬਾਰਿਸ਼ ਨੇ ਰੋਜ਼ਾਈਨਾ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਲਿਆ ਦਿੱਤੇ ਨੇ ਤੇ ਗਰਮੀ ਤੇ ਨਮੀ ਦੱਖਣੀ ਕਿਊਬਿਕ ਦੇ ਕੁਝ ਹਿੱਸਿਆਂ ਨੂੰ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਜਿਹੜੀ ਹੈ ਉਹ ਮਹਿਸੂਸ ਹੋ ਸਕਦੀ ਹੈ। ਯੂਨਾਈਟਿਡ ਕਿੰਗਡਮ ਦੇ ਵਿੱਚ ਤਾਪਮਾਨ ਰਿਕਾਰਡ ਤੋੜਨ ਵਾਲੇ ਪੱਧਰ ਤੇ ਪਹੁੰਚ ਗਿਆ ਹੈ, ਪਹਿਲੀ ਵਾਰ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਸਪੇਨ ਤੇ ਪੁਰਤਗਾਲ ਦੇ ਵਿੱਚ ਗਰਮੀ ਦੀ ਲਹਿਰ ਦੇ ਨਤੀਜੇ ਵਜੋਂ ਲਗਭਗ 750 ਮੌਤਾਂ ਹੋਈਆਂ ਨੇ, ਜਦੋਂ ਕਿ ਉਹਨਾਂ ਦੇਸ਼ਾਂ ਤੇ ਯੂਰਪ ਦੇ ਵਿੱਚ ਹੋਰਾਂ ਵਿੱਚ ਜੰਗਲੀ ਅੱਗ ਵੀ ਕਈ ਥਾਵਾਂ ਤੇ ਲੱਗ ਚੁੱਕੀ ਹੈ। ਜਿੱਥੇ ਕਿ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਇੱਕ ਖਬਰ ਤੇ ਸਾਡੇ ਸੂਬੇ ਵੱਲੋਂ ਇਹ ਦਿੱਤੀ ਜਾ ਰਹੀ ਹੈ ਜੀ ਕਿ ਜਿਹੜੀ ਨਾ ਵੈਕਸੀਨ ਦੀ ਚੌਥੀ ਡੋਜ਼ ਆ ਜਾਂ ਇੱਦਾਂ ਕਹਿ ਲਓ ਕਿ ਬੂਸਟਰ ਡੋਜ਼ ਜਿਹੜੀ ਦੂਸਰੀ ਆ ਉਹ ਲਗਵਾਉਣ ਲਈ ਹੁਣ 18 ਸਾਲਾਂ ਤੋਂ ਵੱਡੀ ਉਮਰ ਦੇ ਜਿਹੜੇ ਵਿਅਕਤੀ ਹੈਗੇ ਆ ਉਹ ਬੁੱਧਵਾਰ ਤੋਂ ਆਪਣੀ ਅਪੁਆਇੰਟਮੈਂਟਸ ਬੁੱਕ ਕਰਨੀਆਂ ਸ਼ੁਰੂ ਕਰ ਸਕਦੇ ਨੇ। ਔਰ ਇਹ ਐਡਵਾਈਜ਼ ਕੀਤਾ ਜਾ ਰਿਹਾ ਮਾਹਰਾਂ ਵੱਲੋਂ ਵੀ ਜਿਹੜੇ ਵੀ ਵਿਅਕਤੀਆਂ ਨੇ ਹਜੇ ਤੱਕ ਉਹ ਡੋਜ਼ਸ ਨਹੀਂ ਲਈਆਂ ਉਹ ਉਹਨਾਂ ਨੂੰ ਲਵਾ ਲੈਣੀਆਂ ਚਾਹੀਦੀਆਂ ਨੇ, ਚਾਹੇ ਉਹ ਬੂਸਟਰ ਡੋਜ਼ ਆ ਜਾਂ ਪਹਿਲਾਂ ਵਾਲੀ ਵੈਕਸੀਨ ਆ, ਕਿਉਂਕਿ ਜਿਹੜੀ ਵੈਕਸੀਨ ਆ ਉਹੋ ਹੀ ਇੱਕ ਤੁਹਾਡੀ ਡਿਫੈਂਸ ਆ ਕੋਵਿਡ-19 ਦੇ ਅਗੇਂਸਟ। ਹੁਣ ਜਿਹੜਾ ਵੇਰੀਐਂਟ BA.5 ਘੁੰਮ ਰਿਹਾ ਜੀ, ਇਹ ਅਲਬਰਟਾ ਹੈਲਥ ਦਾ ਕਹਿਣਾ ਆ ਕਿ ਉਹ ਹੈ ਤਾਂ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ, ਪਰ ਉਹ ਇੰਨਾ ਘਾਤਕ ਨਹੀਂ ਹੈ ਜਾਂ ਕਹਿ ਲਓ ਉਹਦੇ ਏਡੇ ਭੈੜੇ ਅਸਰ ਨਹੀਂ ਹੁੰਦੇ ਜਿੰਨੇ ਪਹਿਲਾਂ ਸੀਗੇ, ਕਿਉਂਕਿ ਜਿਹੜੀ ਵੈਕਸੀਨ ਆ ਉਹ ਮਦਦ ਕਰਦੀ ਆ ਉਹਦੀ ਰੋਕਥਾਮ ਲਈ ਜਾਂ ਉਹਦਾ ਇਫੈਕਟ ਘਟਾਉਣ ਦੇ ਵਿੱਚ। ਸੋ ਇਹ ਜੇਸਨ ਕੋਪਿੰਗ ਹੋਰੀ ਜਿਹੜੇ ਸਾਡੇ ਅਲਬਰਟਾ ਹੈਲਥ ਦੇ ਮਿਨਿਸਟਰ ਨੇ
ਉਹਨਾਂ ਨੇ ਵੀ ਇਹ ਗੱਲ ਆਖੀ ਆ ਕਿ ਹੁਣ 18 ਸਾਲਾਂ ਤੋਂ ਉੱਪਰ ਵਾਲੇ ਜਿਹੜੇ ਵੀ ਵਿਅਕਤੀ ਹੈਗੇ ਆ ਉਹ ਆਪਣੀ ਦੂਸਰੀ ਬੂਸਟਰ ਸ਼ਾਟ ਜਿਹੜੀ ਆ ਉਹ ਜ਼ਰੂਰ ਲਗਵਾ ਲੈਣ। ਮੌਕਾ ਆ, ਕੱਲ੍ਹ ਤੋਂ ਆਰੰਭ ਹੋ ਜਾਣਾ। ਤੁਸੀਂ 811 ਡਾਇਲ ਕਰਕੇ ਜਾਂ ਔਨਲਾਈਨ ਆਪਣੀ ਬੁਕਿੰਗ ਵੀ ਕਰਵਾ ਸਕਦੇ ਹੋ, ਔਰ ਨਾਲ ਦੀ ਨਾਲ ਕੁਝ ਫਾਰਮੇਸੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਉਹ ਅਗਰ ਤੁਸੀਂ ਵਾਕ ਇਨ ਕਰਦੇ ਹੋ ਤਾਂ ਉੱਥੇ ਉਹ ਤੁਹਾਡੇ ਡੋਜ਼ ਦਾ ਟੀਕਾ ਲਾ ਸਕਦੇ ਨੇ। ਸੋ ਇਹ ਉਹਨਾਂ ਨੇ ਗੱਲ ਆਖੀ ਹੈ ਜੀ। ਔਰ ਦੂਸਰਾ ਉਹ ਕਹਿੰਦੇ ਵੀ ਜਿੱਥੇ ਤੁਸੀਂ ਆਪਣੀ ਸਿਹਤ ਦਾ ਖਿਆਲ ਕਰਨਾ, ਉੱਥੇ ਨਾਲ ਦੀ ਨਾਲ ਜਿਹੜੇ ਅਗਰ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀ ਕਮਿਊਨਿਟੀ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਜੇ ਆਲੇ ਦੁਆਲੇ ਇਹਦਾ ਅਸਰ ਜ਼ਿਆਦਾ ਹੋ ਰਿਹਾ ਅਤੇ ਤੁਹਾਡੇ ਘਰਾਂ ਦੇ ਵਿੱਚ ਅਗਰ ਕੋਈ ਵਿਅਕਤੀ ਜਿਨ੍ਹਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਨਾਲ ਪ੍ਰਭਾਵਿਤ ਨੇ, ਅਤੇ ਉਹਨਾਂ ਦੀ ਸੇਫਟੀ ਲਈ ਤੁਹਾਨੂੰ ਜਿਹੜਾ ਬੂਸਟਰ ਡੋਜ਼ ਜਿਹੜੀ ਦੂਸਰੀ ਆ ਉਹ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ। ਔਰ ਦੂਸਰੀ ਖਬਰ ਇੱਕ ਇਹ ਆ ਜੀ ਕਿ 2 ਕੈਨੇਡੀਅਨ ਪੈਨਸ਼ਨ ਫੰਡ ਆ ਜਿਨ੍ਹਾਂ ਨੇ ਕਾਫੀ ਮਾਇਆ ਲੂਜ਼ ਕੀਤੀ ਆ। ਉਹਨਾਂ 'ਚੋਂ ਇੱਕ ਤਾਂ ਹੈਗੀ ਆ ਜੀ ਅੰਟੇਰੀਓ ਮਿਊਨਿਸਪਲ ਐਮਪਲੋਈ ਰਿਟਾਇਰਮੈਂਟ ਸਿਸਟਮਜ਼, ਅਤੇ ਦੂਸਰੀ ਹੈਗੀ ਆ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕੰਪਨੀ। ਤੁਹਾਨੂੰ ਯਾਦ ਹੋਣਾ ਇਹ ਜਿਹੜਾ ਮੈਨੇਜਮੈਂਟ ਵਾਲੀ ਗੱਲਬਾਤ ਹੈ, ਇਹਦੇ ਵਿੱਚ ਜੇਸਨ ਕੈਨੀ ਹੋਰਾਂ ਨੇ ਇਹ ਗੱਲ ਆਖੀ ਸੀਗੀ ਵੀ ਭਾਈ ਜਿਹੜੇ ਟੀਚਰਸ ਪੈਨਸ਼ਨ ਫੰਡ ਦਾ ਪੈਸਾ, ਹੋਰ ਐਮਪਲੋਈਜ਼ ਦੇ ਪੈਨਸ਼ਨ ਫੰਡ ਦਾ ਪੈਸਾ ਉਹ ਇਹਦੇ 'ਚ ਲਿਆਂਦਾ ਜਾਵੇ, ਜਾਂ ਈਵਨ CPP ਦਾ ਪੈਸਾ ਵੀ ਉਹ ਇੱਧਰ ਲਿਆਉਣਾ ਚਾਹੁੰਦੇ ਨੇ। ਪਰ ਇਹ ਪਹਿਲਾਂ ਵੀ ਜਿਹੜਾ ਰਿਸਕੀ ਇਨਵੈਸਟਮੈਂਟਸ ਹੈਗੀਆਂ ਜੀ, ਪਹਿਲੀਆਂ ਦੇ ਵਿੱਚ ਵੀ $2 ਬਿਲੀਅਨ ਦਾ ਘਾਟਾ ਪਿਆ ਸੀਗਾ। ਔਰ ਹੁਣ ਜਿਹੜੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਸੀ ਯੂਰਪ ਦੀ ਇੱਕ ਥੀਏਟਰ ਕੰਪਨੀ ਆ, ਉਹਦੇ ਵਿਊ, ਉਹਦਾ ਨਾਂ ਹੈ ਜੀ VUE ਵਿਊ, ਉਹਦੇ ਵਿੱਚ ਇਹਨਾਂ ਪੈਸੇ ਇਨਵੈਸਟ ਕੀਤੇ ਸੀਗੇ। ਪਰ ਹੁਣ ਜਿਹੜਾ ਉਹਨਾਂ ਨੇ ਆਪਣਾ ਰੀਸਟਰਕਚਰਿੰਗ ਕੀਤਾ ਜੀ, ਉਹਦੇ 'ਚੋਂ ਇਹਨਾਂ ਦਾ ਸਾਰਾ ਕੁਝ ਜਿਹੜਾ ਦੋਨਾਂ ਹੀ ਪੈਨਸ਼ਨ ਫੰਡਸ ਦਾ ਜਾਂਦਾ ਲੱਗਾ ਆ। ਅਤੇ ਅਲਬਰਟਾ ਦੀ NDP ਕ੍ਰਿਟਿਕ ਜਿਹੜੀ ਆ ਫਿਲਿਪ ਸ਼ੈਨਨ, ਉਹਨੇ ਇਹ ਗੱਲ ਆਖੀ ਆ ਵੀ ਭਾਈ ਦੇਖੋ ਅਸੀਂ ਤਾਂ ਪਹਿਲਾਂ ਹੀ ਇਹ ਕਹਿੰਦੇ ਆਉਂਦੇ ਸੀਗੇ, ਔਰ ਉਹ ਵਿਅਕਤੀ ਜਿਹਨੇ ਇਹ ਰਿਸਕੀ ਇਨਵੈਸਟਮੈਂਟਸ ਕੀਤੀਆਂ ਸੀਗੀਆਂ ਉਹਨੂੰ ਜੇਸਨ ਕੈਨੀ ਹੋਰਾਂ ਨੇ $10 ਮਿਲੀਅਨ ਦਾ ਸੈਵਰੈਂਸ ਪੈਕੇਜ ਦੇ ਕੇ ਉਦੋਂ ਤੋੜ ਦਿੱਤਾ ਜਦੋਂ ਪਹਿਲਾਂ $2 ਬਿਲੀਅਨ ਵਾਲੀ ਖਬਰ ਆਈ ਸੀਗੀ। ਅਤੇ ਹੁਣ ਆਹ ਬਿਲੀਅਨ ਦੀ ਆ, ਉਹ ਕਹਿੰਦੇ ਫੈਸਲੇ ਉਹ ਪਹਿਲੇ ਉਸੇ ਵਿਅਕਤੀ ਦੇ ਕੀਤੇ ਹੋਏ ਨੇ, ਪਰ ਇਹਦੇ 'ਚ $1 ਬਿਲੀਅਨ ਦਾ ਲਾਸ ਜਿਹੜਾ ਜੀ ਉਹ ਹੋ ਗਿਆ ਇਹਨਾਂ ਪੈਨਸ਼ਨ ਫੰਡਸ ਨੂੰ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।